हाँ जी स्टूडेंट्स, अज का अपना टॉपिक है जावा बाइट कोड। जावा बाइट कोड होंदा की है? जावा बाइट कोड इज़ द इंस्ट्रक्शन सेट फॉर द जावा virtual machine. It acts similar to an assembler which analyzes representation of a C++ code. As soon as a Java program is compiled, Java bytecode is generated. In more apartment terms, Java bytecode is the machine code in the form of a.class file. With the help of Java bytecode, we achieve platform independence in Java. ਜਾਵਾ ਬਾਈਟ ਕੋਡ ਕੀ ਹੁੰਦਾ? ਇਹ ਇੱਕ ਇੰਸਟਰਕਸ਼ਨਾਂ ਦਾ ਸੈੱਟ ਹੁੰਦਾ ਜਿਹੜਾ ਜਾਵਾ ਵਿਰਚੁਅਲ ਮਸ਼ੀਨ ਲਈ ਯੂਜ਼ ਹੁੰਦਾ। ਮੰਨ ਕੇ ਚਲੋ ਕੋਈ ਵੀ ਆਪਾਂ ਪ੍ਰੋਗਰਾਮ ਲਿਖਦੇ ਹਾਂ, ਉਹ ਜਦੋਂ ਪ੍ਰੋਗਰਾਮ ਹੈ ਉਹ ਕੰਪਾਈਲ ਹੋ ਜਾਂਦਾ। ਕੰਪਾਈਲ ਹੋਣ ਤੋਂ ਬਾਅਦ ਜਦੋਂ ਉਹ ਮਸ਼ੀਨ ਲੈਂਗੁਏਜ ਦੇ ਵਿੱਚ ਕਨਵਰਟ ਹੁੰਦਾ ਤਾਂ ਉਹਨੂੰ ਕੀ ਕਿਹਾ ਜਾਂਦਾ? ਜਾਵਾ ਬਾਈਟ ਕੋਡ। ਜਿਹੜੀ ਉਹ ਸਾਰੀ ਕੋਡਿੰਗ ਲਿਖੀ ਹੁੰਦਾ ਉਹਨੂੰ ਕੀ ਕਿਹਾ ਜਾਂਦਾ? ਜਾਵਾ ਬਾਈਟ ਕੋਡ। ਸਮਝ ਗਏ? ਠੀਕ ਹੈ। ਜਦੋਂ ਵੀ ਕੋਈ ਵੀ ਪ੍ਰੋਗਰਾਮ ਆਪਾਂ ਸਿੰਪਲ ਆਪਣੀ ਲੈਂਗੁਏਜ ਲਿਖਣ ਤੋਂ ਬਾਅਦ ਉਹਨੂੰ ਕੰਪਾਈਲ ਕਰਦੇ ਹਾਂ, ਕੰਪਾਈਲ ਹੋਣ ਤੋਂ ਬਾਅਦ ਉਹ ਮਸ਼ੀਨ ਲੈਂਗੁਏਜ 'ਚ ਚੇਂਜ ਹੋ ਜਾਂਦਾ, ਜਿਹਨੂੰ ਕੀ ਕਿਹਾ ਜਾਂਦਾ? ਬਾਈਟ ਕੋਡ। ਹਾਊ ਡਜ਼ ਇਟ ਵਰਕਸ? ਇਹ ਵਰਕ ਕਿਵੇਂ ਕਰਦਾ? ਵੈਨ ਵੀ ਰਾਈਟ ਅ ਪ੍ਰੋਗਰਾਮ ਇਨ ਜਾਵਾ, ਫਸਟਲੀ ਦਾ ਕੰਪਾਈਲਰ ਕੰਪਾਈਲਸ ਦੈਟ ਪ੍ਰੋਗਰਾਮ ਐਂਡ ਬਾਈਟ ਕੋਡ ਇਜ਼ ਜਨਰੇਟਡ ਫॉर ਦੈਟ ਪੀਸ ਆਫ ਕੋਡ। ਇੱਕ ਜਦੋਂ ਵੀ ਆਪਾਂ ਪ੍ਰੋਗਰਾਮ ਲਿਖਦੇ ਹਾਂ ਜਾਵਾ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਕੰਪਾਈਲਰ ਹੈ ਜਿਹੜਾ ਉਹਨੂੰ ਕੰਪਾਈਲ ਕਰਦਾ, ਫਿਰ ਉਸ ਤੋਂ ਬਾਅਦ ਬਾਈਟ ਕੋਡ ਹੈ ਜਿਹੜਾ ਬਣਦਾ, ਜਿਹਨੂੰ ਜਿਹੜਾ ਮਤਲਬ ਕਿ ਕੋਈ ਵੀ ਕੋਡ ਬਣਿਆ ਹੁੰਦਾ ਉਹਨੂੰ ਚੇਂਜ ਹੋ ਕੇ ਉਹ ਕੀ ਬਣ ਜਾਂਦਾ? ਬਾਈਟ ਕੋਡ। ਵੈਨ ਵੀ ਵਿਸ਼ ਟੂ ਰਨ ਦਿਸ ਡੋਟ ਕਲਾਸ ਫਾਈਲ ਔਨ ਐਨੀ ਕੈਨ ਡੂ ਸੋ। ਜਦੋਂ ਕਹਿੰਦੇ ਆਪਾਂ ਇਹ ਡੋਟ ਕਲਾਸ ਫਾਈਲ ਜਿਹੜੀ ਆਪਾਂ ਪ੍ਰੋਗਰਾਮ ਆਪਾਂ ਬਣਾ ਲਿਆ ਉਹਨੂੰ ਸੇਵ ਕਰਨ ਤੋਂ ਬਾਅਦ ਆਪਾਂ ਕਿਸੇ ਹੋਰ ਪਲੇਟਫਾਰਮ 'ਤੇ ਵੀ ਚਲਾਉਂਦੇ ਹਾਂ ਤਾਂ ਸੇਮ ਪ੍ਰੋਸੈਸ ਦੁਬਾਰਾ ਜਿਹੜਾ ਚੱਲੇਗਾ। After the first compilation, the bytecode generated is now run by the Java virtual machine and not the processor in consideration. ਕਿ ਜਿਹੜਾ ਜਾਵਾ ਕੋਡ ਆਪਾਂ ਕੰਪਾਈਲੇਸ਼ਨ ਤੋਂ ਬਾਅਦ ਬਣ ਜਾਂਦਾ ਉਹ ਕਾਹਦੇ 'ਤੇ ਰਨ ਹੁੰਦਾ? ਜਾਵਾ virtual machine ਦੇ ਉੱਪਰ। This essentially means that we only need to have basic Java installation on any platform that we want to run our code on. ਕਹਿੰਦੇ ਆਪਣੇ ਕੋਲ ਸਿਰਫ ਜਿਹੜੀ ਵੀ ਮਸ਼ੀਨ ਦੇ ਉੱਪਰ ਆਪਾਂ ਜਾਵਾ ਦਾ ਪ੍ਰੋਗਰਾਮ ਚਲਾਉਣਾ ਉਹਦੇ ਉੱਪਰ ਜਾਵਾ ਦਾ ਸੌਫਟਵੇਅਰ ਇੰਸਟਾਲ ਹੋਣਾ ਜ਼ਰੂਰੀ ਹੈ। Resources required to run the bytecode are made available by the Java virtual machine, which calls the processor to allocate the required resources. JVMs are stack based, so the stack implementation to read the codes. ਠੀਕ ਹੈ। ਕਹਿੰਦੇ ਮਤਲਬ ਕਿ ਜਿਹੜੀ JVM ਦੇ ਵਿੱਚ ਇੱਕ ਸਟੈਕ ਦੀ ਫਾਰਮ ਦੇ ਵਿੱਚ ਡੇਟਾ ਨੇ ਜਿਹੜਾ ਰੀਡ ਕੀਤਾ ਜਾਂਦਾ, ਵੀ ਲਾਈਨ ਬਾਈ ਲਾਈਨ ਜਿਹੜਾ ਕੋਡ ਹੈ ਉਹ ਰੀਡ ਹੁੰਦਾ। ਜਿਵੇਂ ਡਾਇਗਰਾਮ ਦਿੱਤਾ ਹੋਇਆ, ਡਾਇਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਦੇਖੋ ਕੀ ਹੈ? ਸੋਰਸ ਕੋਡ ਜਿਹੜਾ ਡੋਟ ਜਾਵਾ ਫਾਈਲ ਦੇ ਨਾਲ ਸੇਵ ਹੁੰਦਾ। ਉਸ ਤੋਂ ਬਾਅਦ ਕੰਪਾਈਲਰ ਉਹਨੂੰ ਕੰਪਾਈਲ ਕਰਦਾ, ਫਿਰ ਕੀ ਬਣ ਜਾਂਦਾ? ਬਾਈਟ ਕੋਡ ਜਿਹੜਾ ਡੋਟ ਕਲਾਸ ਫਾਈਲ ਦੇ ਨਾਮ ਨਾਲ ਸੇਵ ਹੁੰਦਾ। ਬਾਈਟ ਕੋਡ ਆ ਜਿਹੜਾ JVM ਵਿੰਡੋਜ਼ ਦੇ ਉੱਪਰ ਵੀ ਚਲਾ ਸਕਦੇ ਹਾਂ, JVM ਲਾਈਨੈਕਸ ਦੇ ਉੱਪਰ ਵੀ ਚਲਾ ਸਕਦਾ, JVM ਮੈਕ ਦੇ ਉੱਪਰ ਵੀ। ਵਿੰਡੋਜ਼, ਲਾਈਨੈਕਸ, ਮੈਕ ਇਹ ਤਿੰਨੇ ਓਪਰੇਟਿੰਗ ਸਿਸਟਮ ਨੇ, ਮਤਲਬ ਕਿ ਅਲੱਗ-ਅਲੱਗ ਮਸ਼ੀਨਸ ਦੇ ਉੱਪਰ ਆਪਾਂ ਆਸਾਨੀ ਨਾਲ ਜਿਹੜਾ ਆਪਣਾ ਪ੍ਰੋਗਰਾਮ ਨੂੰ ਚਲਾ ਸਕਦੇ ਹਾਂ। ਜਾਂ ਬਾਈਟ ਕੋਡ ਦੀਆਂ ਐਡਵਾਂਟੇਜਸ ਕੀ ਨੇ? ਸਭ ਤੋਂ ਪਹਿਲਾਂ ਤਾਂ ਪਲੇਟਫਾਰਮ ਇੰਡੀਪੈਂਡੈਂਸ ਇਜ਼ ਵਨ ਆਫ ਦਾ ਸੋਲ ਰੀਜ਼ਨਸ ਫॉर ਵਿਚ ਜੇਮਸ ਗੋਸਲਿੰਗ ਸਟਾਰਟਡ ਦਾ ਫਾਰਮੇਸ਼ਨ ਆਫ ਜਾਵਾ ਐਂਡ ਇਟ ਇਜ਼ ਇੰਪਲੀਮੈਂਟੇਸ਼ਨ ਆਫ ਬਾਈਟ ਕੋਡ ਵਿਚ ਹੈਲਪਸ ਅਸ ਟੂ ਅਚੀਵ ਦਿਸ। ਠੀਕ ਹੈ। ਹੈਂਸ ਬਾਈਟ ਕੋਡ ਇਜ਼ ਅ ਵੈਰੀ ਇੰਪੋਰਟੈਂਟ ਕੰਪੋਨੈਂਟ ਆਫ ਐਨੀ ਜਾਵਾ ਪ੍ਰੋਗਰਾਮ। ਦਾ ਸੈਟ ਆਫ ਇੰਸਟਰਕਸ਼ਨਸ ਫॉर द JVM may differ from system to system, but all can interpret the byte code. A point to keep in mind is that byte codes are non-runnable codes really on the availability of an interpreter to execute, and thus the JVM comes into play. ਕਹਿੰਦੇ ਸਭ ਤੋਂ ਵੱਡਾ ਕੰਮ ਜਿਹੜਾ ਮੇਨ ਗੱਲ ਕੀ ਹੈ? ਪਲੇਟਫਾਰਮ ਇੰਡੀਪੈਂਡੈਂਸ। ਪਲੇਟਫਾਰਮ ਇੰਡੀਪੈਂਡੈਂਸ ਕੀ ਹੈ? ਵੀ ਜਦੋਂ ਆਪਾਂ ਮਤਲਬ ਕਿ ਇਹਨੂੰ ਡਿਫਰੈਂਟ PCs ਦੇ ਉੱਪਰ ਡਿਫਰੈਂਟ ਓਪਰੇਟਿੰਗ ਸਿਸਟਮ ਦੇ ਉੱਪਰ ਆਪਾਂ ਚਲਾ ਸਕਦੇ ਹਾਂ ਜਾਵਾ ਦੇ ਪ੍ਰੋਗਰਾਮ। ਠੀਕ ਹੈ। ਜਿਹਦੇ ਕਰਕੇ ਜੇਮਸ ਗੋਸਲਿੰਗ ਨੇ ਮੇਨ ਰੀਜ਼ਨ ਇਹੀ ਸੀ ਵੀ ਜਿਹਦੇ ਕਰਕੇ ਜੇਮਸ ਗੋਸਲਿੰਗ ਨੇ ਜਾਵਾ ਨੂੰ ਇੰਪਲੀਮੈਂਟ ਕੀਤਾ ਸੀ, ਜਾਵਾ ਨੂੰ ਬਣਾਇਆ ਸੀ। ਠੀਕ ਹੈ। ਜਾਵਾ ਬਾਈਟ ਕੋਡ ਨੂੰ ਆਪਾਂ ਆਸਾਨੀ ਨਾਲ ਜਿਹੜੇ ਵੀ PC ਦੇ ਉੱਪਰ ਜਿਹੜੀ ਵੀ ਓਪਰੇਟਿੰਗ ਸਿਸਟਮ ਦੇ ਉੱਪਰ ਜਾਵਾ ਦਾ ਸੌਫਟਵੇਅਰ ਇੰਸਟਾਲ ਆਪਾਂ ਆਸਾਨੀ ਨਾਲ ਉਹਦੇ ਉੱਪਰ ਜਾਵਾ ਦਾ ਪ੍ਰੋਗਰਾਮ ਚਲਾ ਸਕਦੇ। ਠੀਕ ਹੈ। ਬਾਈਟ ਕੋਡ ਇਜ਼ essentially the machine level language which runs on the Java virtual machine. Whenever a class is loaded, it gets a stream of bytecode per method of the class. Whenever that method is called during the execution of a program, the bytecode for that method gets invoked. Java C not only compiles the program but also generates the bytecode for the program. Thus, we have realized that the bytecode implementation makes Java platform independent language. This helps to add portability to Java, which is lacking a language like C or C++. Portability ensures that Java can be implemented on the wide array of platforms like desktops, mobile devices, servers, and many more. Supporting this, Sun Microsystems captions Java as write once, read anywhere, or VORA in resonance to the bytecode interpretation.
बाइट कोड मतलब कि सेम वही चीज़ आ गई दोबारा वही लाइनां लिखिया हुई ने कि बाइट कोड एक मशीन लैंगुएज होंदी है मशीन लैवल लैंगुएज दे विच चेंज हो जाता है जिहड़ा जावा वर्चुअल मशीन के उपर रन होंदा कोई भी जो आप जावा का प्रोग्राम बना लैंदे हो सब तो पहला कंपाइलर द्वारा कंपाइल करके उस तो बाद उन्होंने बाइट कोड या मशीन कोड के चेंज कर दिता जाता जिन्होंने जी मशीन है आसानी नाल समझ लैंदी तो आप किते भी जावा पैन ड्राइव के थ्रू या किसी होर चीज़ के थ्रू आप मतलब कि किसी होर प्लेटफॉर्म के उपर भी चला सकते हैं चाहे वो फोन ने चाहे डैस्कटॉप ने चाहे सर्वरज ने ठीक है जावा सन माइक्रो सिस्टम्स ने नाम दिता सी राइट वंस रीड एनीवेयर वोरा ठीक है वोरा का नाम क्यों दिता गया सी आप एक जगह राइट एक वंस मतलब कि एक प्लेटफॉर्म पर लिख के ਜਾਂ बना के आप किसी भी प्लेटफॉर्म के उपर उन्होंने रीड कर सकते ठीक है इसी जावा बाइट कोड ਹੁਣ ਆਪਾਂ ਇੱਕ वर्ड ਤੁਸੀਂ ਸੁਣਿਆ ਸੀ जावा वर्चुअल मशीन ਹੁਣ ਆਪਾਂ ਉਹ पढ़ते हैं वो की ਹੁੰਦੀ है JVM ਹੁੰਦੀ है जावा वर्चुअल मशीन इज़ अ abstract machine एक abstract machine है इट इज़ स्पैसीफिकेशन दैट प्रोवाइड्स रन टाइम इन्वायरमेंट इन विच जावा बाइट कोड कैन बी एग्जीक्यूटेड ਕਹਿੰਦੇ ਜੀ ਆਪਾਂ ਨੂੰ ਇੱਕ ਰਨ ਟਾਈਮ ਇਨਵਾਇਰਮੈਂਟ ਦਿੰਦਾ ਜਿਹਦੇ 'ਤੇ ਆਪਣਾ ਜਿਹੜਾ ਜਾਵਾ ਬਾਈਟ ਕੋਡ ਹੈ ਐਗਜ਼ੀਕਿਊਟ ਹੁੰਦਾ ਠੀਕ ਹੈ मतलब कि ਇਹ ਜੋ ਵੀ ਆਪਣਾ ਜਾਵਾ ਦਾ ਸੌਫਟਵੇਅਰ ਹੈ ਉਹਨੂੰ मतलब कि ਜਦੋਂ ਕੰਪਾਈਲ ਹੋਣ ਤੋਂ ਬਾਅਦ ਜਿਹੜਾ ਪ੍ਰੋਗਰਾਮ ਬਾਈਟ ਕੋਡ 'ਚ ਇੰਪਲੀਮੈਂਟ ਹੋ ਜਾਂਦਾ ਤਾਂ ਉਹਨੂੰ ਬਾਈਟ ਕੋਡ ਨੂੰ ਐਗਜ਼ੀਕਿਊਟ ਕਰਨ ਵਾਸਤੇ ਇੱਕ ਇਨਵਾਇਰਮੈਂਟ ਚਾਹੀਦਾ ਹੁੰਦਾ ਰਨ ਟਾਈਮ ਇਨਵਾਇਰਮੈਂਟ ਜਿਹਨੂੰ ਜਾਵਾ ਵਰਚੁਅਲ ਮਸ਼ੀਨਸ ਕਿਹਾ ਜਾਂਦਾ JVMs ਆਰ ਅਵੇਲੇਬਲ ਫॉर ਮੈਨੀ ਹਾਰਡਵੇਅਰਸ ਐਂਡ ਸੌਫਟਵੇਅਰ ਪਲੇਟਫਾਰਮਸ ठीक है प्लेटफॉर्म डिपेंडेंट है ये मतलब कि हार्डवेयर से सॉफ्टवेयर के उपर ही काम करता है JVM होंदा कि स्पैसीफिकेशन एक स्पैसीफिकेशन है वीयर वर्किंग ऑफ जावा वर्चुअल मशीन इज स्पैसीफाइड जिहदे ते मतलब कि जी जावा वर्चुअल मशीन की वर्किंग है वो दिखाई जाती है बट इंप्लीमेंटेशन प्रोवाइडेड इज इंडिपेंडेंट टू चूज द एल्गोरिदम इट्स इंप्लीमेंटेशन हैज़ बीन प्रोवाइडेड बाय ओरेकल एंड अदर कंपनीज ठीक है इंप्लीमेंटेशन ओरेकल तो होर कंपनीज द्वारा दी प्रोवाइड कराई जाती है इंप्लीमेंटेशन की होंदी है ਇਹਦੀ ਇੰਪਲੀਮੈਂਟੇਸ਼ਨ ਨੂੰ ਕਿਹਾ ਜਾਂਦਾ ਜਾਵਾ ਰਨ ਟਾਈਮ ਐਨਵਾਇਰਨਮੈਂਟ JRE मतलब कि ਆਪਾਂ ਨੂੰ ਇੱਕ ਐਨਵਾਇਰਨਮੈਂਟ ਮਿਲਦਾ ਜਿਹਦੇ ਉੱਪਰ ਆਪਣਾ ਪ੍ਰੋਗਰਾਮ ਹੈ ਜਿਹੜਾ ਰਨ ਹੁੰਦਾ ਰਨ ਟਾਈਮ ਇੰਸਟੈਂਸ ਵੇਅਰ whenever you write java command on the command prompt to run the java class an instance of JVM is created ਇਹਦੇ 'ਚ ਕੀ ਵੀ ਜਿਹੜਾ ਰਨ ਟਾਈਮ ਇੰਸਟੈਂਸ ਵੀ ਜਦੋਂ ਵੀ ਆਪਾਂ ਜਾਵਾ ਦੀ ਕਮਾਂਡ ਹੈ ਜਿਹੜੀ ਉਹ ਕਮਾਂਡ ਪ੍ਰੋਂਪਟ ਦੇ ਥਰੂ ਲਿਖ ਲੈਂਦੇ ਹਾਂ ਤਾਂ ਉਹ ਜਾਵਾ ਕਲਾਸ ਹੈ ਜਿਹੜੀ ਰਨ ਹੋਣ ਟਾਈਮ ਉਦੋਂ JVM ਹੈ ਜਿਹੜਾ ਕ੍ਰੀਏਟ ਹੁੰਦਾ ਇਹ ਹੁਣ ਕੰਮ ਕੀ ਕਰਦਾ JVM ਨੀਚੇ ਵਾਲੇ ਆਪਰੇਸ਼ਨਸ ਪਰਫੋਰਮ ਕਰਦਾ ਇਹ ਲੋਡ ਕਰਦਾ ਕੋਡ ਨੂੰ ਉਸ ਤੋਂ ਬਾਅਦ ਕੋਡ ਨੂੰ ਵੈਰੀਫਾਈ ਕਰਦਾ ਐਗਜ਼ੀਕਿਊਟ ਕਰ ਦਿੰਦਾ ਔਰ ਆਪਾਂ ਨੂੰ ਰਨ ਟਾਈਮ ਇਨਵਾਇਰਨਮੈਂਟ ਹੈ ਜਿਹੜਾ ਉਹ ਪ੍ਰੋਵਾਈਡ ਕਰਾਉਂਦਾ ਠੀਕ ਹੈ JVM ਦੀ ਜਿਹੜੀ ਆਪਾਂ ਨੂੰ ਡੈਫੀਨੇਸ਼ਨਸ ਕਾਹਦੇ ਵਾਸਤੇ ਮੈਮਰੀ ਏਰੀਆ ਵਾਸਤੇ ਕਲਾਸ ਫਾਈਲ ਫਾਰਮੈਟ ਵਾਸਤੇ ਰਜਿਸਟਰ ਸੈੱਟ ਗਾਰਬੇਜ ਕਲੈਕਟਡ ਹੀਪ ਪੈਟਰਨ ਐਰਰ ਰਿਪੋਰਟਿੰਗ ਇਹਨਾਂ ਚੀਜ਼ਾਂ ਵਾਸਤੇ ਆਪਣੀਆਂ ਡੈਫੀਨੇਸ਼ਨਸ ਆਪਾਂ ਯੂਜ਼ ਕਰਦੇ ਹਾਂ तो आ गया JVM का आर्कीटैक्चर ठीक है इंटरनल आर्कीटैक्चर की होंदा है ये क्लास लोडर पाए जाते हैं क्लास लोडर अगे मैमरी एरिया के नाल कनैक्ट होंगे ने उस तो बाद एग्जीक्यूशन इंजन के नाल कनैक्ट होंगे ने ठीक है जावा रन टाइम सिस्टम के सब तो पहला देखो क्लास लोडर तो मैमरी एरिया जी मतलब कि JVM एलोकेट होंगी है जिहदे क्लास एरिया आ गया हीप स्टैक PC रजिस्टर नेटिव मैथड स्टैक सारिया चीज़ा आ गई उस तो बाद एग्जीक्यूशन इंजन के थ्रू एग्जीक्यूट होंदा प्रोग्राम उस तो नेटिव मैथड इंटरफेसिस के थ्रू मतलब कि नेटिव लाइब्रेरीज के नाल इहदा कनैक्शन जिहड़ा बनदा ठीक है इस तो बाद देखो क्लास लोडर होंदा कि क्लास लोडर एक सब सिस्टम है JVM का जिहड़ा अपनियां क्लासिस नूं लोड करन वास्ते यूज़ होंदा जदों भी आपां जावा का प्रोग्राम रन करते सब तो पहला वो क्लास लोडर के लोड ठीक है डिफरेंट मतलब क्लास लोडर्स दिते हुए हैं इन्होंने तुसीं रीड कर सकते हो भी इन्होंने किवें जिहड़ा मतलब कि लोड होंदा उस तो बाद क्लास मैथड एरिया ये की आ गया ये स्टोर करता पर क्लास स्ट्रक्चर नूं चाहे वो रन टाइम कॉन्सटेंट पूल फील्ड मैथड डेटा एंड कोड फॉर मैथड ठीक है इन्होंने चीज़ों को मतलब कि स्टोर करता पर क्लास स्ट्रक्चर के हिसाब नाल हीप की होंदी है रन टाइम डेटा एरिया जिहदे च जिहड़े ऑब्जेक्ट्स ने वो एलोकेट किए जाते हैं स्टैक की करता फ्रेम्स नूं स्टोर करता जिहदे वेरीएबल्स स्टोर होंगे ने ठीक है हर एक जिहड़ा थ्रैड है वो स्टैक्स के रूप दे विच जिहड़ा सेव होंदा प्रोग्राम काउंटर रजिस्टर जिहड़ा मतलब कि इहदे च की होंदा इहदे च एड्रैस होंदा जावा वर्चुअल मशीन ने जिहड़ियां इंस्ट्रक्शनां नूं एग्जीक्यूट कीता गो हर एक इंस्ट्रक्शन दा मतलब कि इहदे च सेव होंदा एड्रैस नेटिव मैथड स्टैक के की होंदा ऑल द नेटिव मैथड्स ने जिहड़े एप्लीकेशन वास्ते यूज़ होंदे ने सारे स्टोर होंदे ने
एग्जीक्यूशन इंजन की एक विरचुअल प्रोसैसर है, इंटरप्रेटर है जिहदे से जिहड़ियां एग्जीक्यूशन ने इंटरप्रेट होंदियां ने, जस्ट इन टाइम कंपाइलर है, मतलब कि इहदे च कंपाइलेशन भी हुंदी है। जावा नेटिव इंटरफेस एक फ्रेमवर्क है जिहड़ा आपां नूं इंटरफेसिस नूं प्रोवाइड करांदा भी वो एप्लीकेशनस दे नाल जिहड़ा कम्यूनीकेशन कर सकन, कोड दे नाल जिहड़ी कम्यूनीकेशन बन जाए। ओके, इसी तुहाडे अज दे 2 टॉपिक जिहदे च आपां बाइट कोड पढ़िया और JVM पढ़िया। ठीक है, थैंक यू एवरी